हेलो स्टूडेंट्स, आई एम सुखिंदर कौर फ्रॉम डिपार्टमेंट ऑफ इकोनॉमिक्स GGDST कॉलेज हरियाणा हुशियारपुर। ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਕਰਨੇ ਆ ਮੈਥਡਸ ਆਫ ਪ੍ਰੋਟੈਕਸ਼ਨ। ਇਹ ਚੈਪਟਰ ਫ੍ਰੀ ਟ੍ਰੇਡ ਐਂਡ ਪ੍ਰੋਟੈਕਸ਼ਨ ਜਿਹੜੀ ਆ ਅਸੀਂ ਲਾਸਟ ਲੈਕਚਰ ਦੇ ਵਿੱਚ ਸ਼ੁਰੂ ਕੀਤਾ ਸੀ। ਲਾਸਟ ਵੀਡੀਓ ਦੇ ਵਿੱਚ ਆਪਾਂ ਕੀਤਾ ਸੀਗਾ ਕਿ ਫ੍ਰੀ ਟ੍ਰੇਡ ਕੀ ਹੁੰਦਾ ਤੇ ਪ੍ਰੋਟੈਕਸ਼ਨ ਕੀ ਹੁੰਦੀ ਹੈ, ਤੇ ਆਪਾਂ ਦੇਖਿਆ ਸੀ ਕਿ 1929 ਐਂਡ 30 ਮਤਲਬ 1930s ਦੀ ਡਿਪਰੈਸ਼ਨ ਤੋਂ ਪਹਿਲਾਂ ਫ੍ਰੀ ਟ੍ਰੇਡ ਹੀ ਹੁੰਦਾ ਸੀ, ਪਰ ਉਸ ਤੋਂ ਬਾਅਦ ਜਿਹੜੀ ਫ੍ਰੀ ਟ੍ਰੇਡ ਦੀ ਪਾਲਿਸੀ ਆ ਉਹ ਖਤਮ ਹੋ ਗਈ ਆ। ਹੁਣ ਗੌਰਮੈਂਟ ਜਿਹੜੀ ਹੈ ਹਰੇਕ ਉਹ ਇੰਟਰਫੇਅਰ ਕਰਦੀ ਹੈ, ਕਿਉਂਕਿ ਹੁਣ ਪਲੈਨਡ ਇਕੋਨਮੀਜ਼ ਹੋ ਗਈਆਂ। ਅਸਲ 'ਚ ਗੌਰਮੈਂਟਸ ਜਿਹੜੀਆਂ ਉਹ ਇੰਟਰਫੇਅਰ ਕਰਦੀਆਂ ਹਰੇਕ ਜਗ੍ਹਾ, ਔਰ ਉਹ ਟ੍ਰੇਡ ਦੇ ਵਿੱਚ ਵੀ ਇੰਟਰਫੇਅਰ ਕਰਦੀਆਂ। ਔਰ ਇਹਦੇ ਵਿੱਚ ਜਿਹੜੇ ਮੈਥਡਸ ਆ ਕਿੱਦਾਂ ਇਹਦੇ ਵਿੱਚ ਇਹਦੇ ਜਿਹੜੀ ਪ੍ਰੋਟੈਕਸ਼ਨ ਪਾਲਿਸੀ ਦੇ ਫੇਵਰੇਬਲ ਅਤੇ ਉਹਦੇ ਅਗੇਂਸਟ ਜਿਹੜੇ ਪੁਆਇੰਟ ਆ, ਫੇਵਰ 'ਚ ਅਤੇ ਅਗੇਂਸਟ ਪੁਆਇੰਟਸ ਜਿਹੜੇ ਹੈਗੇ ਉਹ ਆਪਾਂ ਲਾਸਟ ਲੈਕਚਰ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਅੱਜ ਦੇ ਲੈਕਚਰ ਦੇ ਵਿੱਚ ਆਪਾਂ ਗੱਲ ਕਰਨੀ ਆ ਕੀ ਮੈਥਡਸ ਆ, ਕਿਹੜੇ ਮੈਥਡਸ ਦੇ ਨਾਲ ਜਿਹੜੀ ਪ੍ਰੋਟੈਕਸ਼ਨ ਆ ਉਹ ਕੀਤੀ ਜਾਂਦੀ ਆ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਆਪਣੀ ਡੋਮੈਸਟਿਕ ਇੰਡਸਟਰੀ ਨੂੰ ਪ੍ਰਮੋਟ ਕਰਨ ਦੇ ਲਈ, ਜਾਂ ਉਹਨੂੰ ਕੰਪੀਟੀਸ਼ਨ ਤੋਂ ਬਚਾਉਣ ਦੇ ਲਈ, ਜਾਂ ਆਪਣੀ ਬੈਲੈਂਸ ਆਫ ਪੇਮੈਂਟ ਆ ਜਿਹੜੀ ਇੰਪੋਰਟ ਐਕਸਪੋਰਟ ਦਾ ਜਿਹੜਾ ਰਿਕਾਰਡ ਆ ਉਹਦੇ ਘਾਟੇ ਨੂੰ ਉਹਨੂੰ ਫੇਵਰੇਬਲ ਕਰਨ ਦੇ ਲਈ ਅਤੇ ਘਾਟੇ ਨੂੰ ਘੱਟ ਕਰਨ ਦੇ ਲਈ। ਉਹਦੇ ਵਿੱਚ ਦੋ ਮੈਥਡ ਸਾਡੇ ਕੋਲ ਹੈਗੇ ਆ, ਇੱਕ ਟੈਰਿਫ ਵੈਰੀਅਰਸ ਆ, ਇੱਕ ਨਾਨ ਟੈਰਿਫ ਵੈਰੀਅਰਸ ਆ। ਟੈਰਿਫ ਵੈਰੀਅਰਸ ਕੀ ਹੈ, ਸਭ ਤੋਂ ਪਹਿਲਾਂ ਆਪਾਂ ਇਹ ਕਰਾਂਗੇ ਅਤੇ ਫਿਰ ਬਾਅਦ 'ਚ ਨਾਨ ਟੈਰਿਫ ਕਰਦੇ ਹਾਂ। ਟੈਰਿਫ ਵੈਰੀਅਰ ਅਸਲ 'ਚ ਮੈਂ ਤੁਹਾਨੂੰ ਇਸ ਡਾਇਗਰਾਮ ਦੇ ਥਰੂ ਐਕਸਪਲੇਨ ਕਰਨੇ ਆ, ਪਰ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਟੈਰਿਫ ਵੈਰੀਅਰ ਹੁੰਦਾ ਕੀ ਹੈ। ਦੇਖੋ, ਜਦੋਂ ਤੁਸੀਂ ਇੰਟਰਨੈਸ਼ਨਲ ਟ੍ਰੇਡ ਕਰਦੇ ਹੋ ਅਤੇ ਉਸ ਵੇਲੇ ਜਿਹੜਾ ਅੰਤਰਰਾਸ਼ਟਰੀ ਵਪਾਰ ਦੇ ਉੱਤੇ ਪਾਬੰਦੀ ਲਾਉਣ ਦੇ ਲਈ ਜਿਹੜਾ ਤਰੀਕਾ ਅਡੋਪਟ ਕਰਦੇ ਹਾਂ, ਆਪਾਂ ਇੱਕ ਟੈਕਸ ਲਗਾਉਂਦੇ ਹਾਂ। ਉਸ ਟੈਕਸ ਨੂੰ ਅਸਲ 'ਚ ਇੱਥੇ ਅਸੀਂ ਟੈਰਿਫ ਕਹਿ ਦਿੰਦੇ ਹਾਂ। ਮਤਲਬ ਜਦੋਂ ਤੁਸੀਂ ਇੰਟਰਨੈਸ਼ਨਲ ਟ੍ਰੇਡ ਦੇ ਉੱਤੇ ਜਦੋਂ ਉਸ ਵੇਲੇ ਉਹਨੂੰ ਪਾਬੰਦੀ ਲਗਾਉਣ ਦੇ ਲਈ ਟੈਕਸ ਲਗਾਉਂਦੇ ਹਾਂ, ਉਹਨੂੰ ਟੈਰਿਫ ਕਹਿੰਦੇ ਆ। ਜਦੋਂ ਅਸੀਂ ਕਿਸੇ ਚੀਜ਼ ਦਾ ਇੰਪੋਰਟ ਕਰਦੇ ਹਾਂ ਔਰ ਇੰਪੋਰਟ ਨੂੰ ਕੰਟਰੋਲ ਕਰਨ ਦੇ ਲਈ ਉਹਦੇ 'ਤੇ ਟੈਕਸ ਜਿਹੜਾ ਲਗਾਇਆ ਜਾਂਦਾ ਉਹਨੂੰ ਤੁਸੀਂ ਟੈਰਿਫ ਕਹਿੰਦੇ ਹੋ। ਔਰ ਇਹ ਜਿਹੜੇ ਟੈਰਿਫ ਆ ਇਹਨਾਂ ਦੇ ਨਾਲ ਕੀਮਤਾਂ ਦੇ ਵਿੱਚ ਵਾਧਾ ਹੋ ਜਾਂਦਾ। ਜੇ ਜ਼ਿਆਦਾ ਲਗਾਓਗੇ ਤਾਂ ਬਿਨਾਂ ਸ਼ੱਕ ਜਿੱਦਾਂ ਟੈਕਸ ਹੀ ਹੈ, ਜੇ ਟੈਕਸ ਤੁਸੀਂ ਜ਼ਿਆਦਾ ਲਗਾ ਦੋਗੇ, ਸੇਲਸ ਟੈਕਸ ਜ਼ਿਆਦਾ ਲਗਾ ਦੋਗੇ ਅਤੇ ਤੁਹਾਡਾ ਜਿਹੜੀ ਪ੍ਰੋਡਕਟ ਦਾ ਪ੍ਰਾਈਸ ਆ ਉਹ ਵੱਧ ਜਾਂਦਾ। ਠੀਕ ਇਸੇ ਤਰ੍ਹਾਂ ਜਦੋਂ ਤੁਸੀਂ ਫੋਰਨ ਕੰਟਰੀ ਤੋਂ ਕੋਈ ਪ੍ਰੋਡਕਟ ਮੰਗਵਾਉਂਦੇ ਹੋ, ਇੰਪੋਰਟ ਕਰਦੇ ਹੋ, ਅਤੇ ਉਹ 'ਤੇ ਜੇ ਟੈਰਿਫ ਜ਼ਿਆਦਾ ਲੱਗ ਜਾਏਗਾ ਤਾਂ ਪ੍ਰਾਈਸ ਦੇ ਵਿੱਚ ਵਾਧਾ ਹੋ ਜਾਏਗਾ। ਅਤੇ ਬਿਨਾਂ ਸ਼ੱਕ ਜੇ ਪ੍ਰਾਈਸ 'ਚ ਵਾਧਾ ਹੋਏਗਾ ਅਤੇ ਉਹਦੀ ਜਿਹੜੀ ਡਿਮਾਂਡ ਘਟੇਗੀ, ਕੀਮਤਾਂ ਵਧਣਗੀਆਂ ਤਾਂ ਡਿਮਾਂਡ ਘਟੇਗੀ। ਇਹਦੇ ਨਾਲ ਫਿਰ ਇਹ ਆ ਕਿ ਜਦੋਂ ਡਿਮਾਂਡ ਘਟੂਗੀ ਤਾਂ ਤੁਹਾਡੀ ਜਿਹੜੀ ਆਪਣੀ ਡੋਮੈਸਟਿਕ ਇੰਡਸਟਰੀ ਆ ਉਹ ਪ੍ਰਮੋਟ ਹੋਣ ਦੇ ਚਾਂਸਿਸ ਹੋਣਗੇ, ਕਿਉਂਕਿ ਉਹ ਸੇਵ ਹੋ ਜਾਏਗੀ ਇੱਕ ਤਰ੍ਹਾਂ ਦੇ ਨਾਲ, ਉਹਨੂੰ ਬਚਾਇਆ ਜਾ ਸਕੇਗਾ। ਹੁਣ ਟੈਰਿਫਸ ਕੰਮ ਕਿੱਦਾਂ ਕਰਦੇ ਆ, ਇਹਨੂੰ ਆਪਾਂ ਦਿਖਾਇਆ ਜੀ। OX 'ਤੇ ਆਊਟਪੁੱਟ ਹੈ ਅਤੇ OY 'ਤੇ ਪ੍ਰਾਈਜ਼ ਆ। OX 'ਤੇ ਆਊਟਪੁੱਟ ਹੈ ਅਤੇ OY 'ਤੇ ਪ੍ਰਾਈਜ਼ ਆ। D ਇਜ਼ ਅ ਡਿਮਾਂਡ ਕਰਵ ਐਂਡ S ਇਜ਼ ਅ ਸਪਲਾਈ ਕਰਵ। DD ਇਜ਼ ਅ ਡਿਮਾਂਡ ਕਰਵ ਐਂਡ SS ਇਜ਼ ਅ ਸਪਲਾਈ ਕਰਵ। ਹੁਣ ਤੁਸੀਂ ਦੇਖੋ ਕਿ ਸ਼ੁਰੂ ਦੇ ਵਿੱਚ ਜਦੋਂ ਫ੍ਰੀ ਟ੍ਰੇਡ ਆ ਉਸ ਵੇਲੇ ਤੁਹਾਡਾ OQ0 ਤੋਂ OQ1 ਤੱਕ ਜਿਹੜਾ ਆ, OQ0 ਤੋਂ OQ1 ਤੱਕ ਜਿਹੜਾ ਹੁੰਦਾ ਪਿਆ ਵਪਾਰ, ਉਸ ਵੇਲੇ ਤੁਹਾਡੀ ਜਿਹੜੀ ਅਤੇ PW ਕੀਮਤ 'ਤੇ ਤੁਸੀਂ ਇੰਪੋਰਟ ਕਰਦੇ ਪਏ ਹੋ। Q0 ਤੋਂ ਲੈ ਕੇ Q1 ਤੱਕ PW ਪ੍ਰਾਈਜ਼ ਆ, ਇਹਦੇ 'ਤੇ ਤੁਸੀਂ ਇੰਪੋਰਟ ਕਰਦੇ ਪਏ ਹੋ। ਅਤੇ ਘਰੇਲੂ ਉਪਭੋਗ ਦੇ ਲਈ ਤੁਸੀਂ Q0 ਤੋਂ ਲੈ ਕੇ Q1 ਆ ਜਿਹੜੀ ਉਹਦੀ ਜ਼ਿਆਦਾ ਮੰਗ ਕਰ ਰਹੇ ਹੋ। ਘਰੇਲੂ ਉਪਭੋਗ ਦੇ ਲਈ Q0 ਤੋਂ ਲੈ ਕੇ Q1 ਦੀ ਜਿਹੜੀ ਮੰਗ ਆ ਤੁਹਾਡੀ ਉਹ ਜ਼ਿਆਦਾ ਹੁੰਦੀ ਪਈ ਆ। ਹੁਣ ਹਰੇਕ ਜਿਹੜੀ ਵੀ ਤੁਸੀਂ ਯੂਨਿਟ ਮੰਗਵਾਉਂਦੇ ਪਏ ਹੋ ਅਤੇ ਟੈਕਸ ਲਗਾਇਆ ਜਾਏਗਾ, ਜਿਹਨੂੰ ਤੁਸੀਂ ਟੈਰਿਫ ਕਹਿੰਦੇ ਹੋ। ਉਹ ਟੈਰਿਫ ਦੇ ਕਰਕੇ ਜਿਹੜੀ ਤੁਹਾਡੀ ਪ੍ਰਾਈਜ਼ ਆ ਉਹ PW ਤੋਂ ਵੱਧ ਕੇ PD ਹੋ ਜਾਏਗੀ। ਜਦੋਂ ਤੁਹਾਡੀ ਪ੍ਰਾਈਜ਼ PD ਹੋਏਗੀ ਤਾਂ ਬਿਨਾਂ ਸ਼ੱਕ ਜਦੋਂ ਪ੍ਰਾਈਜ਼ ਵਧੇਗਾ ਤਾਂ ਡਿਮਾਂਡ ਘਟੇਗੀ। ਡਿਮਾਂਡ ਆ ਜਿਹੜੀ ਤੁਹਾਡੀ ਉਹ ਘੱਟ ਜਾਏਗੀ। ਡਿਮਾਂਡ ਤੁਹਾਡੀ Q1 ਤੋਂ ਲੈ ਕੇ Q2 ਪਿੱਛੇ ਨੂੰ ਆ ਜਾਏਗੀ, ਮਤਲਬ ਨਾ ਆਹ ਦੇਖੋ Q2 ਤੱਕ ਆ ਜਾਏਗੀ, ਮਤਲਬ ਇੱਥੇ ਤੱਕ ਘੱਟ ਜਾਏਗੀ। ਅਤੇ ਸਪਲਾਈ ਬਿਨਾਂ ਸ਼ੱਕ ਵੱਧ ਜਾਏਗੀ, ਕਿਉਂਕਿ ਜਦੋਂ ਪ੍ਰਾਈਸ ਵਧੂਗਾ ਤਾਂ ਸਪਲਾਈ ਵਧੂਗੀ। ਸਪਲਾਈ Q0 ਤੋਂ ਲੈ ਕੇ Q3 ਤੱਕ ਵੱਧ ਜਾਏਗੀ। ਠੀਕ ਹੈ, ਮਤਲਬ ਵਪਾਰ ਤੋਂ ਪਹਿਲਾਂ ਜਿਹੜੀ ਤੁਹਾਡੀ ਡਿਮਾਂਡ ਸੀਗੀ ਉਹ ਕਿੰਨੀ ਸੀ, Q1, ਅਤੇ ਸਪਲਾਈ ਕਿੰਨੀ ਸੀ, Q0। ਪਰ ਜਦੋਂ ਪ੍ਰਾਈਸ ਵਧਿਆ ਤਾਂ ਸਪਲਾਈ ਵਧੂਗੀ, ਉਹ Q3 ਹੋ ਜਾਏਗੀ। ਅਤੇ ਜਿਹੜੀ ਤੁਹਾਡੀ ਡਿਮਾਂਡ ਆ ਪ੍ਰਾਈਸ ਵਧਣ ਕਰਕੇ ਘੱਟ ਜਾਏਗੀ, ਉਹ Q1 ਤੋਂ ਘੱਟ ਕੇ ਕਿੰਨੀ ਹੋ ਜਾਏਗੀ, Q1। ਮਤਲਬ ਇਹ ਇੱਧਰ ਬੈਕ ਸਾਈਡ ਜਾਂਦੀ ਪਈ ਹੈ ਅਤੇ ਇੱਧਰ ਸਪਲਾਈ ਤੁਹਾਡੀ ਜਿਹੜੀ ਉਹ ਵੱਧਦੀ ਪਈ ਹੈ। ਠੀਕ ਹੈ, ਹੁਣ ਇਹਦੇ ਨਾਲ ਹੋਏਗਾ ਕਿ ਟੈਕਸ ਦੇ ਕਾਰਨ ਜਿਹੜਾ ਕੰਜ਼ਿਊਮਰ ਆ ਉਹਨੂੰ ABT ਏਰੀਆ ਜਿਹੜਾ ਹੈਗਾ ਉਹਨੂੰ ਇਹਦੀ ਲਾਸ ਹੋਏਗੀ। ਅਤੇ ਹੁਣ ਦੇਖੋ ਕਿ ਟੈਰਿਫ ਲੱਗਣ ਤੋਂ ਪਹਿਲਾਂ ਸਪਲਾਈ ਘੱਟ ਸੀ ਅਤੇ ਡਿਮਾਂਡ ਜ਼ਿਆਦਾ ਸੀ। ਪਰ ਜਦੋਂ ਹੁਣ ਟੈਰਿਫ ਲੱਗ ਗਿਆ, ਜਦੋਂ ਪ੍ਰਾਈਸ ਦੇ ਵਿੱਚ ਵਾਧਾ ਹੋ ਗਿਆ, ਪ੍ਰਾਈਸ ਦੇ ਵਿੱਚ ਵਾਧਾ ਹੋਣ ਦੇ ਨਾਲ ਤੁਹਾਡੀ ਜਿਹੜੀ ਡਿਮਾਂਡ ਆ ਉਹ ਘੱਟ ਜਾਏਗੀ
ਤੇ ਸਪਲਾਈ ਹੈ ਜਿਹੜੀ ਉਹ ਵੱਧ ਜਾਏਗੀ। ਹੁਣ ਇਸ ਕੇਸ ਦੇ ਵਿੱਚ ਟੈਰਿਫ, ਇਹਨੂੰ ਟੈਰਿਫ ਬੈਰੀਅਰ ਕਹਿੰਦੇ ਆ। ਹੁਣ ਇਹਦੇ ਨਾਲ ਜਦੋਂ ਤੁਹਾਡੀ ਡਿਮਾਂਡ ਘਟੇਗੀ ਤਾਂ ਬਿਨਾਂ ਸ਼ੱਕ ਫੋਰਨਰਸ ਜਿਹੜੇ ਤੁਹਾਨੂੰ ਐਕਸਪੋਰਟ ਕਰਦੇ ਪਏ ਆ ਉਹਨਾਂ ਨੂੰ ਨੁਕਸਾਨ ਹੋਏਗਾ, ਪਰ ਜਿਹੜੇ ਤੁਹਾਡੇ ਘਰੇਲੂ ਉਪਭੋਗਤਾ ਹੈਗੇ ਆ ਉਹਨਾਂ ਨੂੰ ਇਹਦਾ ਫਾਇਦਾ ਹੋਏਗਾ, ਤੁਹਾਡੀ ਡੋਮੈਸਟਿਕ ਇੰਡਸਟਰੀ ਨੂੰ ਇਹਦਾ ਫਾਇਦਾ ਹੋਏਗਾ। ਨੈਕਸਟ ਜਿਹੜਾ ਹੈਗਾ ਉਹ ਹੈਗੇ ਨੋਨ ਟੈਰਿਫ ਬੈਰੀਅਰਸ। ਨੋਨ ਟੈਰਿਫ ਬੈਰੀਅਰਸ ਜਿਹੜੇ ਆ ਉਹ ਟੈਰਿਫ ਨਹੀਂ, ਟੈਕਸ ਜਿਹੜਾ ਤੁਸੀਂ ਕਹਿੰਦੇ ਹੋ ਕਿ ਤੁਸੀਂ ਇੰਪੋਰਟ ਜਦੋਂ ਕਰਦੇ ਹੋ ਉਸ ਵੇਲੇ ਜਿਹੜਾ ਟੈਕਸ ਲਗਾਉਂਦੇ ਉਹਨੂੰ ਟੈਰਿਫ ਕਹਿੰਦੇ ਹੋ। ਇੱਦਾਂ ਦਾ ਕੋਈ ਤਰੀਕਾ ਨਹੀਂ ਅਪਣਾਇਆ ਜਾਂਦਾ। ਵੈਸੇ ਹੀ ਜਿਹੜੇ ਇੰਪੋਰਟਸ ਆ ਉਹਨਾਂ ਨੂੰ ਘੱਟ ਕਰਨ ਦੇ ਲਈ ਕੀ ਕੀਤਾ ਜਾ ਸਕਦਾ, ਟੈਰਿਫ ਨਾ ਲਗਾਉਣਾ ਹੋਵੇ, ਟੈਕਸ ਨਾ ਲਗਾਉਣਾ ਹੋਵੇ ਤਾਂ ਸਭ ਤੋਂ ਪਹਿਲਾਂ ਤਾਂ ਰਿਸਟ੍ਰਿਕਸ਼ਨਸ ਲਗਾਈਆਂ ਜਾ ਸਕਦੀਆਂ ਇੰਪੋਰਟ ਦੇ ਉੱਤੇ, ਕਿ ਇੱਕ ਲਿਮਿਟ ਕੀਤੀ ਜਾ ਸਕਦੀ ਆ, ਕਿ ਇਹ ਵੀ ਕੀਤਾ ਜਾ ਸਕਦਾ ਕਿ ਆਹ ਪਰਟੀਕੂਲਰ ਪ੍ਰੋਡਕਟ ਤੁਸੀਂ ਮੰਗਵਾਉਣਾ ਹੀ ਨਹੀਂ ਆ, ਜੇ ਆਹ ਮੰਗਵਾਉਣਾ ਆ ਤਾਂ ਇਹ ਇੰਨਾ ਮੰਗਵਾਉਣਾ ਆ, ਇਹ ਤੋਂ ਜ਼ਿਆਦਾ ਤੁਸੀਂ ਮੰਗਵਾਉਣਾ ਨਹੀਂ ਹੈ, ਇਸ ਤਰ੍ਹਾਂ। ਦੂਸਰਾ ਸਟੇਟ ਟ੍ਰੇਡਿੰਗ ਕੀਤੀ ਜਾ ਸਕਦੀ ਕਿ ਜਿੰਨਾ ਵੀ ਇੰਪੋਰਟ ਹੋਏਗਾ ਥਰੂ ਉਹ ਗਵਰਨਮੈਂਟ ਦੇ ਥਰੂ ਹੀ ਹੋਏਗਾ, ਮਤਲਬ ਤੁਸੀਂ ਡਾਇਰੈਕਟਲੀ ਨਹੀਂ ਕਰ ਸਕਦੇ, ਕੋਈ ਵੀ ਡਾਇਰੈਕਟਲੀ ਇੰਡੀਵਿਜੂਅਲ ਜਿਹੜਾ ਇੰਪੋਰਟ ਨਹੀਂ ਕਰ ਸਕਦਾ, ਥਰੂ ਗਵਰਨਮੈਂਟ ਹੀ ਹੋਏਗਾ। ਉਸ ਤੋਂ ਬਾਅਦ ਬਾਉਂਟੀਜ਼ ਐਂਡ ਸਬਸਿਡੀਜ਼, ਇਹ ਵੀ ਕੀਤਾ ਜਾ ਸਕਦਾ। ਇੱਕ ਹੋਰ ਵਿਧੀ ਵੀ ਅਪਣਾਈ ਜਾ ਸਕਦੀ ਆ ਕਿ ਜਿਹੜੇ ਪ੍ਰੋਡਕਟ ਅਸੀਂ ਫੋਰਨ ਤੋਂ ਮੰਗਵਾਉਂਦੇ ਪਏ ਸੀ ਉਹਨਾਂ ਦੇ ਆਪਣੇ ਸਬਸਟੀਚਿਊਟ ਪ੍ਰੋਡਿਊਸ ਕਰਨੇ ਸ਼ੁਰੂ ਕਰ ਦਈਏ। ਜਦੋਂ ਤੁਸੀਂ ਉਹਨਾਂ ਦੇ ਸਬਸਟੀਚਿਊਟ ਪ੍ਰੋਡਿਊਸ ਕਰੋਗੇ ਤਾਂ ਬਿਨਾਂ ਸ਼ੱਕ ਅਸੀਂ ਫੋਰਨ ਤੋਂ ਮੰਗਵਾਉਣਾ ਘੱਟ ਕਰ ਦਾਂਗੇ। ਅਤੇ ਕੋਟਾ ਸਿਸਟਮ ਫਿਕਸ ਕੀਤਾ ਜਾ ਸਕਦਾ। ਇਹ ਵੀ ਕਿਹਾ ਜਾ ਸਕਦਾ ਕਿ ਜਿਹੜਾ ਇਹ ਇੰਨੇ ਪਰਸੈਂਟ ਜਿਹੜਾ ਆ ਇੰਪੋਰਟ ਕੀਤਾ ਜਾ ਸਕਦਾ, ਇਹ ਤੋਂ ਜ਼ਿਆਦਾ ਨਹੀਂ। ਅਤੇ ਡੀਵੈਲੂਏਸ਼ਨ ਵੀ ਕੀਤੀ ਜਾ ਸਕਦੀ ਆ। ਡੀਵੈਲੂਏਸ਼ਨ ਅਸਲ 'ਚ ਮਨੀ ਦੀ ਹੁੰਦੀ ਆ, ਪੈਸੇ ਦੀ ਵੈਲਿਊ ਦੀ ਹੁੰਦੀ ਆ। ਤੁਸੀਂ ਆਪਣੇ ਪੈਸੇ ਦੀ ਵੈਲਿਊ ਦੇ ਵਿੱਚ ਕਮੀ ਕਰ ਸਕਦੇ ਹੋ। ਜਦੋਂ ਤੁਸੀਂ ਆਪਣੇ ਪੈਸੇ ਦੀ ਵੈਲਿਊ ਦੇ ਵਿੱਚ ਕਮੀ ਕਰੋਗੇ, ਇਹਦੇ ਨਾਲ ਤੁਹਾਡੇ ਪ੍ਰਾਈਜ਼ਸ ਜਿਹੜੇ ਆ ਉਹ ਘੱਟ ਜਾਣਗੇ। ਜਦੋਂ ਤੁਹਾਡੇ ਪ੍ਰਾਈਜ਼ਸ ਘਟਣਗੇ ਤਾਂ ਤੁਹਾਡੇ ਐਕਸਪੋਰਟ ਵੱਧ ਜਾਣਗੇ ਅਤੇ ਜਿਹੜੇ ਤੁਹਾਡੇ ਇੰਪੋਰਟਸ ਆ ਉਹ ਮਹਿੰਗੇ ਹੋ ਜਾਣਗੇ। ਉਸ ਤੋਂ ਬਾਅਦ ਕਿਉਂਕਿ ਤੁਹਾਨੂੰ ਜ਼ਿਆਦਾ ਪੇ ਕਰਨਾ ਪਏਗਾ ਨਾ, ਤੁਹਾਡੀ ਕਰੰਸੀ ਦੀ ਵੈਲਿਊ ਦੂਸਰੀ ਕਰੰਸੀ ਦੇ ਮੁਕਾਬਲੇ ਜਦੋਂ ਘੱਟ ਜਾਏਗੀ ਅਤੇ ਬਿਨਾਂ ਸ਼ੱਕ ਜਦੋਂ ਸਾਡੀ ਕਰੰਸੀ ਦੀ ਵੈਲਿਊ ਘੱਟ ਹੋਏਗੀ, ਸਾਡੇ ਤੋਂ ਇੰਪੋਰਟ ਕਰਦੇ ਪਏ ਆ ਮੀਨਜ਼ ਉਹ ਤਾਂ ਵੱਧ ਜਾਣਗੇ, ਪਰ ਜਿਹੜੇ ਜਿਨ੍ਹਾਂ ਤੋਂ ਅਸੀਂ ਇੰਪੋਰਟ ਕਰਦੇ ਪਏ ਮਤਲਬ ਸਾਡੇ ਐਕਸਪੋਰਟ ਤਾਂ ਵੱਧ ਜਾਣਗੇ, ਪਰ ਜਿਨ੍ਹਾਂ ਤੋਂ ਅਸੀਂ ਖਰੀਦਦੇ ਪਏ ਹਾਂ ਸਾਨੂੰ ਜ਼ਿਆਦਾ ਪੈਸਾ ਪੇ ਕਰਨਾ ਪਏਗਾ, ਤਾਂ ਆਪਾਂ ਦੇ ਜਿਹੜੀ ਉਹ ਡਿਮਾਂਡ ਘੱਟ ਜਾਏਗੀ। ਉਸ ਤੋਂ ਬਾਅਦ ਐਕਸਚੇਂਜ ਕੰਟਰੋਲ ਵੀ ਕੀਤਾ ਜਾ ਸਕਦਾ ਕਿ ਹਰੇਕ ਇੰਪੋਰਟਰ ਨੂੰ ਵਿਦੇਸ਼ੀ ਵਸਤੂਆਂ ਦੀ ਕੀਮਤ ਚੁਕਾਉਣ ਲਈ ਵਿਦੇਸ਼ੀ ਮੁਦਰਾ ਜਿਹੜੀ ਲੈਣੀ ਪੈਂਦੀ ਹੈ, ਅਤੇ ਸਰਕਾਰ ਸਿਰਫ ਉਹਨਾਂ ਵਸਤੂਆਂ ਦੇ ਲਈ ਇੰਪੋਰਟ ਕਰਨ ਦੀ ਪਰਮਿਸ਼ਨ ਦੇ ਸਕਦੀ ਹੈ ਜਿਨ੍ਹਾਂ ਲਈ ਉਹ ਵਿਦੇਸ਼ੀ ਮੁਦਰਾ ਪ੍ਰਦਾਨ ਕਰਦੀ ਹੈ, ਅਤੇ ਜਿਨ੍ਹਾਂ ਵਸਤੂਆਂ ਦੀ ਦੇਸ਼ ਵਿੱਚ ਕਮੀ ਹੋਏਗੀ ਜਾਂ ਜਿਨ੍ਹਾਂ ਦਾ ਉਹ ਨਿਰਮਾਣ ਨਹੀਂ ਹੋ ਸਕਦਾ, ਫੋਰਨ ਕੰਟਰੀਜ਼ ਦੀ ਜਿਹੜੀ ਕਰੰਸੀ ਆ ਉਸੇ ਹੀ ਪ੍ਰੋਡਕਟ ਦੇ ਲਈ ਦਿੱਤੀ ਜਾਵੇ, ਅਦਰਵਾਈਜ਼ ਦਿੱਤੀ ਨਾ ਜਾਵੇ। ਨੈਕਸਟ ਹੈਗੀ ਲੀਗਲ ਪ੍ਰੋਹਿਬਿਸ਼ਨ। ਲੀਗਲ ਪ੍ਰੋਹਿਬਿਸ਼ਨ ਵੀ ਕੀਤੀ ਜਾ ਸਕਦੀ ਹੈ, ਮੀਨਜ਼ ਕਿ ਕਾਨੂੰਨ ਰੂਪ ਦੇ ਨਾਲ ਵੀ ਕਿਹਾ ਜਾ ਸਕਦਾ ਆ ਕਿ ਆਹ ਜਿਹੜਾ ਪ੍ਰੋਡਕਟ ਆਪਾਂ ਫੋਰਨ ਕੰਟਰੀਜ਼ ਤੋਂ ਨਹੀਂ ਇੰਪੋਰਟ ਕਰਨਾ। ਲਾਇਸੈਂਸ ਸਿਸਟਮ ਵੀ ਕੀਤਾ ਜਾ ਸਕਦਾ ਕਿ ਜਿਹਦੇ ਕੋਲ ਲਾਇਸੈਂਸ ਹੋਏਗਾ ਉਹੀ ਇੰਪੋਰਟ ਕਰੇਗਾ। ਉਸ ਤੋਂ ਬਾਅਦ ਬਾਈਲੇਟਰਲ ਐਗਰੀਮੈਂਟਸ ਵੀ ਕੀਤੇ ਜਾ ਸਕਦੇ ਕਿ ਜਿਨ੍ਹਾਂ ਨਾਲ ਤੁਸੀਂ ਐਗਰੀਮੈਂਟ ਕਰ ਲਿਆ ਤੁਸੀਂ ਉਹਨਾਂ ਤੋਂ ਹੀ ਇੰਪੋਰਟ ਕਰੋਗੇ, ਅਦਰਵਾਈਜ਼ ਨਹੀਂ ਕਰੋਗੇ। ਉਸ ਤੋਂ ਬਾਅਦ ਪ੍ਰੋਟੈਕਸ਼ਨ ਪਾਲਿਸੀ ਦੀ ਅੰਡਰ ਡਿਵੈਲਪ ਕੰਟਰੀਜ਼ ਜਾਂ ਲੈਸ ਡਿਵੈਲਪ ਕੰਟਰੀਜ਼ ਲਈ ਇੰਪੋਰਟੈਂਸ ਕੀ ਹੈ? ਸਭ ਤੋਂ ਪਹਿਲਾਂ ਤਾਂ ਤੁਹਾਡੀ ਆਪਣੀ ਇੰਡਸਟਰੀ ਸੇਵ ਹੋ ਜਾਏਗੀ, ਉਹਦੀ ਡਿਵੈਲਪਮੈਂਟ ਹੋਏਗੀ। ਫਿਰ ਤੁਹਾਡੀ ਕੈਪੀਟਲ ਫਾਰਮੇਸ਼ਨ ਹੋਏਗੀ, ਜਿਹੜੀ ਤੁਸੀਂ ਫੋਰਨ ਕੰਟਰੀ ਤੋਂ ਇੰਪੋਰਟ ਕਰਕੇ ਕੈਪੀਟਲ ਪੈਸਾ ਉਹਨਾਂ ਨੂੰ ਦੇਈ ਜਾਂਦੇ ਪਏ ਹੋ ਉਹ ਤੁਹਾਡਾ ਬਚ ਜਾਏਗਾ, ਅਤੇ ਤੁਸੀਂ ਉਹਨਾਂ ਤੋਂ ਕੈਪੀਟਲ ਜਿਹੜੀ ਇੰਪੋਰਟ ਕਰਕੇ ਆਪਣਾ ਜਿਹੜਾ ਕੈਪੀਟਲ ਫਾਰਮੇਸ਼ਨ ਕਰ ਸਕਦੇ ਹੋ। ਬੈਲੈਂਸ ਡਿਵੈਲਪਮੈਂਟ ਹੋਏਗੀ, ਐਕਸਪੋਰਟ ਤਾਂ ਤੁਹਾਡੇ ਵਧਣਗੇ ਹੀ, ਪਰ ਜੇ ਤੁਸੀਂ ਇੰਪੋਰਟ ਘਟਾ ਲਓਗੇ ਤਾਂ ਬੈਲੈਂਸ ਜਿਹੜਾ ਉਹ ਆ ਸਕਦਾ ਹੈ। ਨੈਸੈਸਰੀ ਫਰੋਮ ਦੀ ਪੁਆਇੰਟ ਆਫ ਵਿਊ ਆਫ ਦੀ ਪ੍ਰੈਕਟੀਕਲ ਪੋਲੀਟਿਕਸ ਵੀ ਹੈ ਕਿ ਤੁਹਾਡੀ ਦੂਸਰਿਆਂ 'ਤੇ ਡਿਪੈਂਡੈਂਸ ਘੱਟ ਹੋਵੇ। ਫॉर ਪਲੈਨਡ ਡਿਵੈਲਪਮੈਂਟ, ਫਿਰ ਪਲੈਨਡ ਡਿਵੈਲਪਮੈਂਟ ਲਈ ਓਵਰਆਲ ਡਿਵੈਲਪਮੈਂਟ ਤਾਂ ਹੀ ਹੋਏਗੀ ਨਾ ਜੇ ਤੁਸੀਂ ਸਾਰਾ ਆਪਣਾ ਪ੍ਰੋਡਿਊਸ ਕਰੋਗੇ, ਹਰੇਕ ਜਗ੍ਹਾ ਇੰਡਸਟਰੀ ਹੋਏਗੀ, ਇੰਪਲਾਈਮੈਂਟ ਜਨਰੇਟ ਹੋਏਗੀ। ਉਹ ਕਦੋਂ ਹੋਏਗੀ? ਜਦੋਂ ਇੰਪੋਰਟ ਸਬਸਟੀਚਿਊਟ ਪ੍ਰੋਡਿਊਸ ਕਰੋਗੇ। ਉਸ ਤੋਂ ਬਾਅਦ ਪ੍ਰਮੋਟਿੰਗ ਕੈਪੀਟਲ ਇੰਪੋਰਟਸ, ਫਿਰ ਜੇ ਇੰਪੋਰਟ ਕਰਨਾ ਹੀ ਆ ਤਾਂ ਕੈਪੀਟਲ ਨੂੰ ਇੰਪੋਰਟ ਕਰੋ ਅਤੇ ਉਹ ਕੈਪੀਟਲ ਇੱਧਰ ਲਿਆ ਕੇ ਆਪ ਪ੍ਰੋਡਕਸ਼ਨ ਕਰੋ, ਅਤੇ ਉਹਦੇ ਨਾਲ ਇੰਪਲਾਈਮੈਂਟ ਵੀ ਜਨਰੇਟ ਹੋਏਗੀ, ਆਊਟਪੁੱਟ ਵੀ ਵਧੂਗੀ। ਫੇਵਰੇਬਲ ਟਰਮਸ ਆਫ ਟਰੇਡ, ਫਿਰ ਉਹੀ ਹੈ ਕਿ ਜੇ ਤੁਸੀਂ ਫੋਰਨ ਕੰਟਰੀਜ਼ ਤੋਂ ਇੰਪੋਰਟ ਘਟਾ ਦੋਗੇ, ਇੰਪੋਰਟ ਐਕਸਪੋਰਟ ਜਿਹੜੇ ਆ ਉਹਨਾਂ ਦਾ ਘਾਟਾ ਜਿਹੜਾ ਘੱਟ ਜਾਏਗਾ, ਬੈਲੈਂਸ ਆਫ ਪੇਮੈਂਟ ਦਾ ਘਾਟਾ ਘਟੇਗਾ ਤਾਂ ਫੇਵਰੇਬਲ ਜਿਹੜਾ ਹੋ ਜਾਏਗਾ। ਅਤੇ ਉਸ ਤੋਂ ਬਾਅਦ ਬੈਲੈਂਸ ਆਫ ਪੇਮੈਂਟ ਦੇ ਘਾਟੇ ਨੂੰ ਵੀ ਪੂਰਾ ਕਰਨ ਦੀ, ਬੈਲੈਂਸ ਆਫ ਟਰੇਡ ਦੇ ਘਾਟੇ ਨੂੰ ਵੀ ਪੂਰਾ ਕਰ ਸਕਦੇ ਹੋ, ਅਤੇ ਬੈਲੈਂਸ ਆਫ ਪੇਮੈਂਟ ਦੇ ਘਾਟੇ ਨੂੰ ਵੀ, ਕਿਉਂਕਿ ਬੈਲੈਂਸ ਆਫ ਟਰੇਡ ਕੀ ਹੁੰਦਾ? ਜਦੋਂ ਤੁਸੀਂ ਫਿਜ਼ੀਕਲ ਗੁਡਸ ਦੇ ਇੰਪੋਰਟ ਐਕਸਪੋਰਟ ਦਾ ਰਿਕਾਰਡ ਰੱਖਦੇ ਹੋ, ਅਤੇ ਬੈਲੈਂਸ ਆਫ ਪੇਮੈਂਟ ਕੀ ਹੁੰਦਾ? ਜਦੋਂ ਤੁਸੀਂ ਫਿਜ਼ੀਕਲ ਗੁਡਸ ਮਤਲਬ ਵਿਜ਼ੀਬਲ ਗੁਡਸ, ਇਨਵਿਜ਼ੀਬਲ ਗੁਡਸ ਅਤੇ ਕੈਪੀਟਲ ਟਰਾਂਸਫਰਸ ਦਾ ਐਕਸਪੋਰਟ ਅਤੇ ਇੰਪੋਰਟ ਦਾ ਰਿਕਾਰਡ ਜਿਹੜਾ ਰੱਖਦੇ ਹੋ। ਅਤੇ ਜੇ ਇਹ ਫੇਵਰੇਬਲ ਹੋਏਗਾ ਤਾਂ ਟਰਮਸ ਆਫ ਟਰੇਡ ਵੀ ਫੇਵਰੇਬਲ ਹੋ ਜਾਏਗਾ, ਤਾਂ ਬਿਨਾਂ ਸ਼ੱਕ ਇਸੇ ਤਰ੍ਹਾਂ ਜੇ ਟਰਮਸ ਆਫ ਟਰੇਡ ਫੇਵਰੇਬਲ ਹੋਏਗਾ ਤਾਂ ਬੈਲੈਂਸ ਆਫ ਪੇਮੈਂਟ ਦੀ ਫੇਵਰੇਬਲ ਹੋਣ ਦੇ ਚਾਂਸਿਸ ਵੀ ਵੱਧ ਜਾਣਗੇ। ਅਤੇ ਇਸ ਤਰ੍ਹਾਂ ਡਿਵੈਲਪ ਕੰਟਰੀਜ਼ ਲਈ ਬੈਲੈਂਸ ਆਫ ਪੇਮੈਂਟ, ਬੈਲੈਂਸ ਆਫ ਟਰੇਡ ਸਾਰੇ ਫੇਵਰੇਬਲ ਹੋਣਾ ਬਹੁਤ ਜ਼ਰੂਰੀ ਹੁੰਦਾ। ਅਤੇ ਇਸ ਤਰ੍ਹਾਂ
ਜਿਹੜਾ ਪ੍ਰੋਟੈਕਸ਼ਨ ਦੀ ਪਾਲਿਸੀ ਦੇ ਨਾਲ ਤੁਸੀਂ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਇੰਪੋਰਟੈਂਟ ਜਿਹੜਾ ਹਿੱਸਾ ਪਾ ਸਕਦੇ ਹੋ, ਇੰਪੋਰਟੈਂਟ ਰੋਲ ਹੈ ਜਿਹੜਾ ਉਹ ਪਲੇ ਕਰ ਸਕਦੇ ਹੋ। ਇਸ ਦੇ ਨਾਲ ਸਾਡਾ ਇਹ ਕੰਸੈਪਟ ਕੰਪਲੀਟ ਹੁੰਦਾ ਹੈ। ਥੈਂਕ ਯੂ ਸੋ ਮਚ।